हर हर नाम धर सोई। ज्यों भावै त्यों राख मेरे साहिब, मैं तुझ बिन अवर ना कोई। मैं तान दी बाण तू है मेरे स्वामी, मैं तुध अगे अरदास मैं होर थाओ नाही, जिस पह करो बिनंती। मेरा दुख सुख तुझ ही पास, मैं होर थाओ नाही, जिस पह करो बिनंती। मेरा दुख सुख तुझ ही पास, चवर छतर तख्त सिंहासन के मालक, गुरता गद्दी ते विराजमान राजान राज। पानान भान देवान देव, उपमा महान जियों के मालक। शहनशाह पिता ओ वालिए कुल आलम, सर्ब कायनात सृष्टि दे रचनायक। दीनानाथ दीना बंधु जगत प्रतिपालक। शब्द ब्रह्म सतगुरु दसां ही पातशाहियों जी के आत्मक स्वरूप, गुरता गद्दी ते विराजमान। धन 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 सतगुरु श्री गुरु गुरु ग्रंथ साहिब जी महाराज, जिन्हां दी अपार बख्शिश मेहरामत दे सदका गुरमुख परिवार भाई काबल सिंह तथा समूह गुरमुख परिवार ने इकट्ठे हो करके सतगुरु जियां दे चरण परसदियां होया परसों रोज तो धुर की बाणी अलाही बाणी जियों के जाप प्रारंभ करवाए सन। सतगुरु जियां ने दया रहमत की, गुरमुख परिवार उपर तरस करदियां होया ग्रह नूं पवित्र किया है। आप दास तो पहला बड़े प्रेम सहित कलयुग में कीर्तन प्रधाना, गुरमुख जपिया लाए ध्याना दे महावाकां अनुसार सतगुरु जियां दी पावन पवित्र गुरबाणी का कीर्तन सरवण कर रहे सी। और साध संगत जी सच है, जिहड़ा प्रेमा भावनी दे नाल गुरु के कीर्तन नूं सुनदा है ना, महाराज कहंदे हर कीर्तन सुनै हर कीर्तन गावै, तिस जन दुख निकट नहीं आवे। कहंदे ओदे नेड़े तेड़े भी दुख जेड़े नहीं आउंदे, जेड़ा सतगुरु जियां दी पावन गुरबाणी का कीर्तन सुने। और आओ सब ते उत्तम हर की कथा, नाम सुनत दर्द दुख लथा। सुन हर कथा उतारी मैल, महापुनीत भये सुख सैल। वड्डे भाग पाया साध संग, पार ब्रह्म स्यों लागो रंग। आओ पावन वडियाई सतगुरु जियां दी करिए। दास पहला बेनती करे, दास दियां मावां भैणां मतावां जो सतगुरु जियां दी पावन पवित्र हजूरी अंदर विराजमान ने, पर बहुत गल्लां दी आवाज़ आ रही है, क्योंकि आपां गल्लां करन नहीं आए ना। आपां दुनियावी गल्लां करके सुख प्राप्त करांगे, ना इन्हां गल्लां दे विचों सानूं कुछ लभेगा।
ਜੇਕਰ ਆਪਾਂ ਸਤਿਗੁਰੂ ਜੀਆਂ ਦੀ ਵਡਿਆਈ ਕਰਾਂਗੇ, ਗੁਰੂ ਕੇ ਕੀਰਤਨ ਨੂੰ ਸੁਣਾਂਗੇ, ਸਾਡੇ ਪਾਪ ਧੋਤੇ ਜਾਣਗੇ। ਜੇਕਰ ਆਪਾਂ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸਤਿਗੁਰੂ ਜੀਆਂ ਦੇ ਸ਼ਬਦ ਨੂੰ ਨਕਾਰ ਦੇਵਾਂਗੇ, ਸੁਣਾਂਗੇ ਨਾ, ਅਸੀਂ ਪਾਪਾਂ ਦੇ ਭਾਗੀ ਹੋ ਜਾਵਾਂਗੇ। ਕਿਉਂਕਿ ਇਹ ਐਸੀ ਬਾਣੀ, ਇਹ ਐਸੀ ਵਡਿਆਈ ਹੈ ਸਤਿਗੁਰੂ ਜੀਆਂ ਦੀ। ਆਪ ਜੀ ਪੜ੍ਹਦੇ ਹੋ ਨਾ ਸੰਧਿਆ ਵੇਲੇ, ਜਿਹੜਾ ਵੀ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਮਹਾਰਾਜ ਕਹਿੰਦੇ ਉਹਦੇ ਭਾਗ ਵੱਡੇ ਬਣ ਜਾਂਦੇ ਨੇ, ਉਹ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ। ਇਸ ਕਰਕੇ ਆਓ ਜਿਤਨੀਆਂ ਵੀ ਸੰਗਤਾਂ ਸਤਿਗੁਰੂ ਜੀਆਂ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ, ਕੇਵਲ ਥੋੜੇ ਕੁ ਸਮੇਂ ਵਾਸਤੇ ਆਪਾਂ ਸਤਿਗੁਰੂ ਜੀਆਂ ਦੀ ਵਡਿਆਈ ਕਰਨੀ ਹੈ। ਔਰ ਸਾਧ ਸੰਗਤ ਨੇ ਇਕਾਗਰ ਚੀਤ ਹੋ ਕਰਕੇ ਸਤਿਗੁਰੂ ਜੀਆਂ ਨੂੰ ਸਮਰਪਿਤ ਹੋ ਕਰਕੇ ਪਾਵਨ ਵਿਚਾਰਾਂ ਸਰਵਣ ਕਰਨੀਆਂ। ਸਰਵਣ ਤੋਂ ਪਹਿਲਾਂ ਦੋਵੇਂ ਹੱਥ ਜੋੜ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਕੋਈ ਵੀ ਰਸਨਾ ਵਾਂਝੀ ਵਿਰਲੀ ਨਾ ਰਹੇ। ਪ੍ਰੇਮ ਦੇ ਵਿੱਚ ਭਿੱਜ ਕਰਕੇ ਸਰਬੱਤ ਸੰਗਤਾਂ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਸੀ। ਕਿਉਂਕਿ ਮਹਾਰਾਜ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਮਨੁੱਖ ਨੂੰ ਪਰਮਾਤਮਾ ਨੇ ਸੰਸਾਰ ਦੇ ਅੰਦਰ ਭੇਜਿਆ ਹੈ ਔਰ ਸਾਨੂੰ ਜੀਵਾਂ ਨੂੰ ਕੇਵਲ ਇਹੀ ਚਿੰਤਾ ਝੋਰਾ ਹੈ ਕਿ ਮਾਇਆ ਇਕੱਠੀ ਕਿਵੇਂ ਕਰੀਏ। ਔਰ ਸਾਧ ਸੰਗਤ ਆਪਾਂ ਗੁਰਬਾਣੀ ਦੇ ਅੰਦਰ ਇਹ ਭਜਨ ਪੜ੍ਹਦੇ ਹਾਂ। ਸੰਧਿਆ ਵੇਲੇ ਆਪ ਸਰਬੱਤ ਸੰਗਤਾਂ ਪੜ੍ਹਦੇ ਹੋ। ਸੈਲ ਪੱਥਰ ਮੈਂ ਜਨਤੇ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਮਹਾਰਾਜ ਜੀਆਂ ਨੇ ਜਿਹੜੇ ਜੀਵ ਪੱਥਰਾਂ ਦੇ ਵਿੱਚ ਵੀ ਪੈਦਾ ਕੀਤੇ ਨੇ ਨਾ, ਮਹਾਰਾਜ ਉਹਨਾਂ ਨੂੰ ਵੀ ਰੋਜੀ ਤੇ ਰਿਜਕ ਬਖਸ਼ ਰਿਹਾ ਹੈ। ਕੀਰਤਨ ਦੁਆਰਾ ਤੁਸੀਂ ਸ਼ਬਦ ਸਰਵਣ ਕਰ ਰਹੇ ਸੋ, ਕਰ ਬੰਦੇ ਤੂੰ ਬੰਦਗੀ। ਮਹਾਰਾਜ ਜੀਆਂ ਨੇ ਗੁਰਬਾਣੀ ਦੇ ਅੰਦਰ ਵਾਰ-ਵਾਰ ਇਹ ਬਚਨ ਕੀਤਾ ਹੈ। ਸਤਿਗੁਰ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਤੂੰ ਆਪਣੇ ਮਨ ਨੂੰ ਡੁਲਾ ਨਾ, ਹਾਲਾਂਕਿ ਪੱਕਾ ਨਿਸ਼ਚਾ ਧਾਰਨ ਕਰ, ਹਿਰਦੇ ਅੰਦਰ ਸਬਰ ਕਰ। ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਨੇ ਕਿ ਸਬਰ ਦਾ ਫਲ ਬੜਾ ਮਿੱਠਾ ਹੁੰਦਾ। ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਕਹਿੰਦੀ ਜੇ ਤੂੰ ਸਬਰ ਰੱਖਿਆ ਹੈ ਨਾ, ਪਰਮਾਤਮਾ ਦਾ ਸ਼ੁਕਰ ਕਰ ਰਿਹਾ ਹੈ, ਪਰਮਾਤਮਾ ਅੱਗੇ ਬੇਨਤੀਆਂ ਤੇ ਅਰਦਾਸਾਂ ਕੀਤੀਆਂ ਨੇ, ਪਰਮਾਤਮਾ ਤੈਨੂੰ ਫਲ ਜ਼ਰੂਰ ਦੇਵੇਗਾ। ਕਿਉਂਕਿ ਅਰਦਾਸ ਕਰਨ ਦੀ ਇੱਕ ਜੁਗਤੀ ਹੈ। ਜੇ ਤੂੰ ਗੁਰੂ ਕਿਆ ਸਿੱਖਾ, ਗੁਰੂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਕੀਤੀ ਹੈ ਨਾ, ਪਹਿਲਾ ਸ਼ਬਦ ਇਹ ਵਰਤ ਸਤਿਗੁਰੂ ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸੇ ਆਇਆ, ਕਿਰਪਾ ਆਇਆ, ਜਿਉ ਭਾਵੇ ਤਿਉ ਰਾਖੋ ਸੁਆਮੀ, ਮਾਰਗ ਗੁਰੇ ਬਿਠਾਇਆ। ਸਤਿਗੁਰੂ ਮੇਰੀ ਅਰਦਾਸ, ਮੇਰੀ ਪੀੜਾ, ਮੇਰੀ ਵੇਦਨ ਕੇਵਲ ਤੁਹਾਡੇ ਚਰਨਾਂ ਪਾਸ ਹੈ। ਮੈਂ ਤੁਹਾਨੂੰ ਸਮਰੱਥ ਸਮਝਿਆ ਹੈ, ਪੂਰਾ ਜਾਣਿਆ, ਤਾਂ ਕਰਕੇ ਤੁਹਾਡੇ ਅੱਗੇ ਅਰਦਾਸ ਕੀਤੀ ਹੈ। ਜੇਕਰ ਸਿੱਖ ਨੇ ਅਰਦਾਸ ਕੀਤੀ ਹੈ ਤੇ ਸਿੱਖ ਭਰੋਸਾ ਰੱਖੇ ਕਿ ਮੇਰਾ ਗੁਰੂ ਮੇਰੀ ਅਰਦਾਸ ਨੂੰ ਜ਼ਰੂਰ ਸੁਣੇਗਾ। ਪਹਿਲਾ ਬਚਨ ਅਰਦਾਸ ਕੀਤੀ, ਪੂਰੇ ਅੱਗੇ ਕੀਤੀ। ਦੂਜਾ ਬਚਨ ਭਰੋਸਾ ਰੱਖੇ। ਭਰੋਸਾ ਰੱਖਣ ਤੋਂ ਬਾਅਦ ਗੁਰੂ ਕਿਆ ਸਿੱਖਾ ਆਪਣੇ ਗੁਰੂ ਅੱਗੇ ਆਸ ਵੀ ਰੱਖੀ, ਗੁਰੂ ਤੈਨੂੰ ਫਿਰ ਫਲ ਵੀ ਜ਼ਰੂਰ ਦੇਵੇਗਾ। ਜੇ ਤੂੰ ਅਰਦਾਸ ਕੀਤੀ ਹੈ ਨਾ, ਸਬਰ ਰੱਖ। ਸਬਰ ਰੱਖਿਆ ਹੈ, ਭਰੋਸਾ ਰੱਖ, ਭਰੋਸਾ ਰੱਖਿਆ ਹੈ, ਇਸ ਪੂਰੇ ਅੱਗੇ ਅਰਦਾਸ ਕੀਤੀ ਦੀ ਆਸ ਵੀ ਰੱਖੀ, ਗੁਰੂ ਤੈਨੂੰ ਫਲ ਜ਼ਰੂਰ ਦੇਵੇਗਾ।
क्योंकि परमात्मा सबना दियां अरदासां नूं कबूलदा है और साडे हिरदे अंदर सबर होना अत लाजमी है। क्योंकि सबर संधा बाण खालक खत्ता ना करी। महाराज कहंदे जे तेरे अंदर सबर दा कमान होवे ना, उस कमान दे उपर चढ़ाउण वाला सबर दा ही चिला होवे ते कहंदे फिर तैनूं कोई भी डुला नहीं सकेगा। क्योंकि सबर अंदर सावरी तन एवं जालेन, सबर दे विच ही रह करके भगती है। ते जिन्हें सबर कीता है उही परमात्मा दियां दित्तियां दातां दा शुकराना करेगा। जिन्हें दित्तियां होईयां दातां दा शुकराना कीता है ना, सचमुच ओदे हिरदे अंदर परमात्मा द्वारा बख्शी ये दात संतोख आण करके वस पैंदा है। ते जिहदे हिरदे अंदर संतोख आ जावे ओनू फिर दुनिया दियां दातां भार भावें दे दिओ, वो परमात्मा दे थोड़े अंदर ही परमात्मा दा शुक्र करेगा। सबर इहो सुआओ जे तू बंदा दृढ़ करे, बंदा अपने मन दे अंदर पूर्ण तौर दे उपर निश्चा धार लवे, सबर कर लवे। दृढ़ निश्चा ये होवे कि सबर अंदर साबरी, ते सबर इहो सुआओ जे तू बंदा दृढ़ करे। ते महाराज जी कहंदे ने वध थीवै दरियाओ टुट ना थीवै वाहड़ा। जे तैनू परमात्मा दियां दित्तियां दातां परमात्मा दे दित्ते होए दा सबर आ गया है, महाराज जी कहंदे वध थीवै दरियाओ, सदा वास्ते तेरियां दातां दे अंदर वाधा ही पैंदा जावेगा। किवें? जिवें एक दरिया दा वहण वधदा जांदा है ना, वध थीवै दरियाओ, दरिया दे वांग तू वधेगा। महाराज कहंदे टुट ना थीवै वाहड़ा, छोटे किनारियां दे वांग छपड़ां दे वांग तू छोटा नहीं रवेगा। तेरे अंदर संतोख आ गया, तू दरिया की तरह वधदा ही जावेगा। इस करके परमात्मा दा हमेशा शुक्र कर, परमात्मा दी बंदगी कर। क्योंकि जिन्हें तैनू पैदा किया है वो तैनू रिजक भी देवेगा। जिसने तैनू पैदा किया है तेरियां उमंगां नू पूरियां करेगा। जिसने तैनू पैदा किया है मन इच्छत फल भी बख्शेगा। तू काहे डोले प्राणियां तुद राखेगा सिरजनहार, जिन पैदाइश तू किया सोई दे आधार। ते घट घट मालक दिलां का सच्चा परवतगार, वो घटा घटा दे विच वस रहा है, तेरे हिरदे नू जानदा है। महाराज ते इत्थों तक कहिंदे कि अपनी पीड़ा अपनी बिरथा अपना दुख लोकां अगे ना रखो। साध संगत जी ध्यान दिओ, महाराज कहिंदे जेड़ी तेरे हिरदे दी पीड़ा है ना, वो किसे अगे ना रखी, किसे मनुख नूं ना दसी। क्यों? मनुखां दा सुभाव बिरध की है, तेरी पीड़ा नूं सुन करके लोग तेरी खिल्ली उड़ाउणगे, मजाक उड़ाउणगे। ते कई वारी साडियां आपां कह लईए मुश्किलां ऐसियां हुंदियां जिहड़ियां आपां लोकां नूं दस नहीं सकदे, केवल साडे मन दे विच ने। महाराज कहंदे जेकर तेरे कोल कोई गुझी गल भी है ना, किसे मनुख अगे ना रख। गोहज गल जी की कीजै सतगुर पास। तेरे हिरदे दी गुझी गल जेड़ी भी होवे तू अपने पूरे गुरु अगे रख। गोहज गल जी की कीजै सतगुर पास, तां सर्ब सुख पाई है। महाराज कहंदे सारे सुखां दी दात तैनू प्राप्त होवेगी। क्योंकि जो जियां की वेदन जाने, तिस साहिब कै हूँ सद कुर्बान। जेड़ा साडी वेदन नूं जानदा है ना, जेड़ा साडी बिरथा नूं जानदा है, उस गुरु दे अगे सदा वास्ते कुर्बान जाना चाहिए है, बलहारने जाना चाहिए है। जो जियां की वेदन जाने, तिस साहिब कै हूँ सद कुर्बान। तिस जन आगे कर बेनंती, जो सर्ब सुखां का दानी है। महाराज कहंदे ऐसे गुरु अगे बेनतियां कर, ऐसे गुरु अगे अरदासां कर,
ਜਿਹੜਾ ਸਾਰੇ ਸੁੱਖਾਂ ਦਾ ਦਾਨੀ ਆ, ਦਾਨ ਦੇਣ ਵਾਲਾ ਹੈ, ਸੁੱਖ ਤੇਰੀ ਝੋਲੀ ਦੇ ਵਿੱਚ ਪਾਉਣ ਵਾਲਾ ਹੈ। ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਚਰਣੀ ਪਾਈ ਹੈ। ਇਸ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਸੁੱਖ ਦੇਣ ਵਾਲਾ ਦਾਤਾ ਇੱਕ ਹੀ ਹੈ। ਇਸ ਕਰਕੇ ਉਹਦੇ ਚਰਨਾਂ ਦੇ ਨਾਲ ਗਲ ਵਕੜੀ ਦੇ ਵਿੱਚ ਲੱਗ ਕਰਕੇ ਸਾਰੇ ਸੁੱਖਾਂ ਦੀ ਦਾਤ ਸਾਨੂੰ ਪ੍ਰਾਪਤ ਹੋਵੇਗੀ। ਕਿਉਂਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਮਹਾਰਾਜ ਕਹਿੰਦੇ ਜਗਤ ਭਿਖਾਰੀ ਹੈ ਔਰ ਦਾਤਾ ਜਿਹੜਾ ਹੈ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਉਹਦੇ ਚਰਨਾਂ ਦੇ ਅੰਦਰ ਅਰਦਾਸ ਕਰ, ਭਰੋਸਾ ਰੱਖ, ਆਸ ਰੱਖ। ਜੋ ਜੀਆਂ ਕੀ ਵੇਦਨ ਜਾਣੈ, ਤਿਸ ਸਾਹਿਬ ਕਹਿਓ ਸਤਿਗੁਰ ਬਾਣੈ। ਤਿਸ ਜਨ ਆਗੇ ਕਰ ਬੇਨੰਤੀ, ਜੋ ਸਰਬ ਸੁੱਖਾਂ ਕਾ ਦਾਨੀ ਹੈ। ਫਿਰ ਮਹਾਰਾਜ ਕਹਿੰਦੇ ਜੋ ਜੀਐ ਕੀ ਸਾਰ ਨਾ ਜਾਣੈ। ਕਹਿੰਦੇ ਜਿਨ੍ਹਾਂ ਜੀਵਾਂ ਨੂੰ ਮਨੁੱਖਾਂ ਦੀ ਸਾਰ ਦਾ ਪਤਾ ਹੀ ਨਹੀਂ, ਕਹਿੰਦੇ ਉਸ ਮਨੁੱਖ ਦੇ ਅੱਗੇ ਕਿਸੇ ਮਨੁੱਖ ਦਾ ਆਸ ਓਟ ਆਸਰਾ ਤੱਕ ਕਰਕੇ ਬੇਨਤੀ ਨਾ ਕਰੀ। ਜੋ ਜੀਐ ਕੀ ਸਾਰ ਨਾ ਜਾਣੈ, ਤਿਸ ਸਿਓ ਕਿਛ ਨਾ ਕਹੀਐ ਜਾਣੈ। ਕਹਿੰਦੇ ਹੇ ਅਜਾਣ ਜੀਵ, ਲੋਕਾਂ ਨੇ ਤੇਰੀ ਪੀੜਾ ਨੂੰ ਨਹੀਂ ਬਖਸ਼ਣਾ, ਲੋਕਾਂ ਨੇ ਤੇਰੀ ਪੀੜਾ ਨੂੰ ਨਹੀਂ ਦੇਖਣਾ। ਜੋ ਜੀਐ ਕੀ ਸਾਰ ਨਾ ਜਾਣੈ, ਤਿਸ ਸਿਓ ਕਿਛ ਨਾ ਕਹੀਐ ਅਜਾਣੈ। ਇਹਨਾਂ ਭੁੱਲੇ ਹੋਏ ਜੀਵਾਂ ਨੂੰ ਆਪਣੀ ਬਿਰਥਾ ਨਾ ਦੱਸਦਾ ਫਿਰ ਇਹਨਾਂ ਤੇਰਾ ਮਜ਼ਾਕ ਉਡਾਉਣਾ ਹੈ। ਪੀੜਾ ਆਪਣੀ ਗੁਰੂ ਅੱਗੇ ਰੱਖ। ਮਹਾਰਾਜ ਕਹਿੰਦੇ ਤਿਸ ਸਿਓ ਕਿਛ ਨਾ ਕਹੀਏ ਅਜਾਣੈ। ਮੂਰਖ ਸਿਓ ਨੇ ਲੂਜ ਪ੍ਰਾਣੀ, ਹਰ ਜਪੀਏ ਪਦ ਨਿਰਬਾਣੀ ਹੈ। ਕਹਿੰਦੇ ਮੂਰਖਾਂ ਦੇ ਨਾਲ ਲੁਝਦਾ ਨਾ ਫਿਰ, ਝਗੜਾ ਨਾ ਕਰਦਾ ਫਿਰ। ਕਿਉਂ? ਕਿਉਂਕਿ ਤੈਨੂੰ ਦੇਣ ਵਾਲਾ ਇੱਕ, ਤੇਰੇ ਸਵਾਸਾਂ ਨੂੰ ਬਖਸ਼ਣ ਵਾਲਾ ਇੱਕ, ਤੈਨੂੰ ਰਿਜ਼ਕ ਦੇਣ ਵਾਲਾ ਇੱਕ। ਜੇ ਤੂੰ ਉਸ ਇੱਕ ਦੀ ਆਸ ਰੱਖੇ, ਤੈਨੂੰ ਭਾਵ ਸਾਗਰ ਤੋਂ ਪਾਰ ਕਰਨ ਵਾਲਾ ਵੀ ਇੱਕ ਹੈ। ਇੱਕ ਪਛਾਣੋ ਜੀ ਕਾ ਇੱਕੋ ਰੱਖਣਹਾਰ, ਇੱਕ ਸਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਤੈਨੂੰ ਰਿਜ਼ਕ ਵੀ ਉਹੀ ਬਖਸ਼ ਰਿਹਾ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹੇ ਗੁਰੂ ਕਿਆ ਸਿੱਖਾ ਚਿੰਤਾ ਨਾ ਕਰ। ਜਿਸ ਪ੍ਰਮਾਤਮਾ ਨੇ ਤੈਨੂੰ ਸਿਰਜ ਕਰਕੇ ਸੰਸਾਰ ਦੇ ਅੰਦਰ ਭੇਜਿਆ ਹੈ ਨਾ, ਉਹਨੂੰ ਰੋਜੀ ਤੇਰੀ ਦਾ ਫਿਕਰ ਹੈ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹਰ ਦੇਵੈ ਜਲ ਥਲ ਜਨਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ। ਵਿੱਚ ਪਾਥਰ ਕੀਟ ਪਖਾਣੀ ਹੈ। ਪੱਥਰਾਂ ਦੇ ਵਿੱਚ ਵੀ ਪ੍ਰਮਾਤਮਾ ਰਿਜ਼ਕ ਦੇ ਰਿਹਾ ਹੈ। ਤੇ ਆਪਾਂ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤਿ ਉਪਾਇਨ, ਤਿਨਾ ਭੀ ਰੋਜੀ ਦੇ। ਮਹਾਰਾਜ ਕਹਿੰਦੇ ਉੱਥੇ ਹਟ ਨਾ ਚੱਲਾਈ, ਨਾ ਕੋ ਕਿਰਸ ਕਰੇ। ਕਹਿੰਦੇ ਪਾਣੀ ਦੇ ਵਿੱਚ ਹੁਣ ਦੱਸੋ ਕਿਹੜੇ ਹੱਟ ਚੱਲਦੇ ਨੇ ਜਾਂ ਕਿਹੜੀ ਕੋਈ ਕਿਰਤ ਹੁੰਦੀ ਹੈ। ਮਹਾਰਾਜ ਤੇ ਉਹਨਾਂ ਪਾਣੀ ਦੇ ਵਿੱਚ ਵਸਦਿਆਂ ਜੀਵਾਂ ਨੂੰ ਵੀ ਰਿਜ਼ਕ ਦੇ ਰਿਹਾ। ਕਹਿੰਦੇ ਉੱਥੇ ਹਟ ਨਾ ਚੱਲਈ, ਨਾ ਕੋ ਕਿਰਸ ਕਰੇ। ਸੌਦਾ ਮੂਲ ਨਾ ਹੋਵਈ, ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਵਿੱਚ ਉਪਾਏ ਸਾਇਰਾ, ਤਿਨਾ ਵੀ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਪਰਮਾਤਮਾ ਨੂੰ ਚਿੰਤਾ ਹੈ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹਰ ਦੇਵੈ ਜਲ ਥਲ ਜਨਤਾ ਸਭ ਤੇ, ਅਜਿੰਤ ਦਾਨ ਦੇ ਪ੍ਰਭ ਮੇਰਾ। ਵਿੱਚ ਪਾਥਰ ਕੀਟ ਪਖਾਣੀ ਹੈ। ਅੱਗੇ ਫਿਰ ਮਹਾਰਾਜ ਜੀ ਕਹਿੰਦੇ ਨਾ ਕਰ ਆਸ, ਮੀਤ ਸੁਤ ਭਾਈ। ਕਹਿੰਦੇ ਤੂੰ ਕਿਤੇ ਇਹ ਨਾ ਸੋਚੀ ਕਿ ਔਖੇ ਵੇਲੇ ਮੇਰੇ ਮਿੱਤਰ, ਮੇਰੇ ਸੱਜਣ, ਮੇਰੇ ਰਿਸ਼ਤੇਦਾਰ ਕੰਮ ਆਉਣਗੇ। ਨਹੀਂ, ਨਾ ਕਰ ਆਸ ਮੀਤ ਸੁਤ ਭਾਈ। ਨਾ ਕਰ ਆਸ ਕਿਸੇ ਸਾਹ ਵਿਵਹਾਰ ਕੀ ਪਰਾਈ। ਕਹਿੰਦੇ ਬਿਨ ਨਾਵੇ ਕੋ ਬੇਲੀ ਨਾਹੀ। ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਜਣਾ ਤੇਰਾ ਕੋਈ ਵੀ ਬੇਲੀ ਨਹੀਂ। ਉੱਠਦਿਆਂ ਬਹਿੰਦਿਆਂ ਪ੍ਰਮਾਤਮਾ ਦੇ ਨਾਮ ਨੂੰ ਧਿਆ। ਰਿਜ਼ਕ ਜਿਹੜਾ ਤੈਨੂੰ ਪ੍ਰਮਾਤਮਾ ਨੇ ਦਿੱਤਾ ਹੈ, ਇੱਕ ਅੰਨ ਦੀ ਬੁਰਕੀ ਮੁਖ ਦੇ ਵਿੱਚ ਪਾਉਣ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰ ਕਰ। ਸਤਿਗੁਰੂ ਤੇਰੀ ਕਿਰਪਾ ਨਾਲ ਇਹ ਰਿਜ਼ਕ ਮੈਨੂੰ ਪ੍ਰਾਪਤ ਹੋਇਆ। ਤੇਰੀ ਕਿਰਪਾ ਨਾਲ ਇਹ ਸੋਹਣੇ ਮਹਿਲ ਮੰਦਰ ਮੈਨੂੰ ਪ੍ਰਾਪਤ ਹੋਏ ਨੇ। ਤੇਰੀ ਕਿਰਪਾ ਨਾਲ ਧੀਆਂ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਹੈ।
ਤੇਰੀ ਕਿਰਪਾ ਨਾਲ ਮੈਂ ਆਪਣੇ ਘਰ ਦੇ ਅੰਦਰ ਸੁੱਖਾਂ ਦੇ ਨਾਲ ਵਸ ਰਿਹਾ ਹਾਂ। ਮਹਾਰਾਜ ਕਹਿੰਦੇ ਇਹਨਾਂ ਸੋਹਣੇ ਮੰਦਰਾਂ ਦੇ ਵਿੱਚ ਰਹਿ ਕਰਕੇ ਵੀ ਜੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਚੇਤੇ ਆਇਆ, ਕਹਿੰਦੇ ਤੂੰ ਫਿਰ ਇੱਕ ਗੰਦਗੀ ਦਾ ਕੀੜਾ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਵਸੂਰੇ, ਸੋ ਪ੍ਰਭ ਚਿਤ ਨ ਆਵਈ ਵਿਸਟਾ ਕੇ ਕੀੜੇ। ਇਹਨਾਂ ਸੋਹਣੇ ਮੰਦਰਾਂ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਨਾਮ ਧਿਆ, ਕਿਉਂਕਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਤਿਲ ਸੋਇਨ ਚੌਬਾਰੇ। ਉਹ ਘਰ ਉਹ ਮੰਦਰ ਸੋਭਨੀਕ ਹੋ ਜਾਂਦੇ ਨੇ ਜਿੱਥੇ ਪਰਮਾਤਮਾ ਦਾ ਨਾਮ ਹੈ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਸਮਾਂ ਸਮਾਪਤ। ਆਪ ਜੀਆਂ ਦੇ ਚਰਨਾਂ ਵਿਖੇ ਬੇਨਤੀ ਕਰਾਂ, ਸਾਧ ਸੰਗਤ ਜੀ, ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ, ਕਿਉਂਕਿ ਸਾਰੇ ਸੁੱਖ ਪਰਮਾਤਮਾ ਨੇ ਦਿੱਤੇ ਨੇ। ਸਾਰੇ ਸੁੱਖਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਨਾ, ਉਹਦੇ ਚਰਨਾਂ ਪਾਸ ਨਿਤ ਹੀ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ। ਨਿਤ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਖਾਣ ਲੱਗਿਆਂ, ਸਰੀਰ ਦੇ ਉੱਪਰ ਸੋਹਣੇ ਵਸਤਰ ਪਹਿਨਣ ਲੱਗਿਆਂ ਪਰਮਾਤਮਾ ਦਾ ਨਾਮ ਧਿਆ। ਕਿਉਂ? ਕਿਉਂਕਿ ਨਾਮ ਬਿਨਾ ਜੋ ਪਹਿਰੈ ਖਾਏ, ਨਾਮ ਤੋਂ ਬਗੈਰ ਆਪਣੇ ਮੁਖ ਦੇ ਵਿੱਚ ਪਾਇਆ ਭੋਜਨ ਪਤਾ ਕਿਸ ਪ੍ਰਕਾਰ ਹੈ? ਜਿਉਂ ਕੂਕਰ ਜੂਠਣ ਮੈਂ ਪਾਏ। ਸਤਿਗੁਰ ਕਹਿੰਦੇ ਜਿਵੇਂ ਇੱਕ ਕੁੱਤਾ ਜੂਠਿਆਂ ਭਾਂਡਿਆਂ ਦੇ ਵਿੱਚ ਮੁੱਖ ਨੂੰ ਮਾਰਦਾ ਹੈ ਨਾ, ਜੂਠਿਆਂ ਭਾਂਡਿਆਂ ਦੇ ਵਿੱਚੋਂ ਜੂਠ ਨੂੰ ਖਾਂਦਾ ਹੈ, ਕਹਿੰਦੇ ਤੇਰੀ ਹਾਲਤ ਉਸ ਪ੍ਰਕਾਰ ਦੀ ਹੈ ਜੇਕਰ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ। ਕਿਉਂ ਇਹ ਜੁਗਤੀਆਂ ਨੇ ਸਿੱਖਾਂ ਦੇ ਕੋਲ ਖਾਣ ਤੋਂ ਪਹਿਲਾਂ, ਗੁਰਸਿੱਖੋ ਛਕਣ ਤੋਂ ਪਹਿਲਾਂ ਪੜੋ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਨਾਮ ਵਿਸਾਰ ਕਰੇ ਅਨ ਕਾਜ, ਬਿਨ ਸਜਾਏ ਝੂਠੇ ਸਭ ਪਾਜ। ਸਾਰੀ ਖੇਡ ਨਾਮ ਦੀ ਹੈ। ਸਤਿਗੁਰੂ ਜੀਆਂ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ, ਇਹ ਮਨੁੱਖਾ ਜਨਮ ਸਾਨੂੰ ਬਖਸ਼ਿਸ਼ ਕੀਤਾ ਹੈ। ਫਿਰ ਬੇਨਤੀ ਕਰਾਂ, ਇਹ ਜਿਤਨੀਆਂ ਵੀ ਦਾਤਾਂ ਨੇ ਸਤਿਗੁਰੂ ਜੀਆਂ ਨੇ ਦਿੱਤੀਆਂ ਨੇ, ਵਾਰ-ਵਾਰ ਸਤਿਗੁਰੂ ਜੀਆਂ ਦਾ ਸ਼ੁਕਰਾਨਾ ਕਰੀਏ, ਵਾਰ-ਵਾਰ ਸਤਿਗੁਰੂ ਜੀਆਂ ਤੋਂ ਬਲਿਹਾਰੇ ਜਾਈਏ। ਔਰ ਜਿਨ੍ਹਾਂ ਵੀ ਗੁਰਸਿੱਖਾਂ ਨੇ ਸਤਿਗੁਰੂ ਜੀਆਂ ਦਾ ਧਿਆਨ ਟਿਕਾਇਆ, ਅਰਦਾਸਾਂ ਬੇਨਤੀਆਂ ਕੀਤੀਆਂ ਨੇ, ਗੁਰੂ ਨੇ ਫਿਰ ਉਹਨਾਂ ਉੱਪਰ ਦਇਆ ਰਹਿਮਤ ਕੀਤੀ ਹੈ। ਉਹਨਾਂ ਗੁਰਸਿੱਖਾਂ ਦੀਆਂ ਅਰਦਾਸਾਂ ਨੂੰ ਕਬੂਲਿਆ ਹੈ। ਜਿਵੇਂ ਸੇਵਕ ਪਰਿਵਾਰ ਨੇ ਪਿਛਲੇ ਸਮੇਂ ਤੋਂ ਜੋ ਅਰਦਾਸਾਂ ਬੇਨਤੀਆਂ ਕੀਤੀਆਂ ਸਨ, ਗੁਰੂ ਨੇ ਕਿਰਪਾ ਕੀਤੀ, ਅਨੇਕਾਂ ਦਾਤਾਂ ਰਹਿਮਤਾਂ ਝੋਲੀ ਦੇ ਵਿੱਚ ਪਾਈਆਂ। ਕਿਉਂਕਿ ਜੀਵ ਦੀ ਸਮਰੱਥਾ ਨਹੀਂ, ਜੀਵ ਦੇ ਹੱਥ ਦੇ ਵਿੱਚ ਕੁਝ ਨਹੀਂ। ਦਾਤਾਂ ਦੇਣ ਵਾਲਾ ਉਹ ਦਤਾਰ ਪਿਤਾ ਹੈ, ਸਭ ਦੀਆਂ ਝੋਲੀਆਂ ਭਰਨ ਵਾਲਾ ਉਹ ਦਤਾਰ ਪਿਤਾ ਹੈ। ਇੱਕ ਸ਼ਬਦ ਪੜ੍ਹ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਮਾਪਤੀ ਕਰਾਂ। ਸੰਗਤ ਜੀ, ਸਤਿਗੁਰ ਕਹਿੰਦੇ ਜਿਹੜੇ ਜੀਵ ਪਛੜੇ ਹੋ ਨਾ, ਪਛੜੇ ਹੋਣ, ਗੁਰੂ ਕਿਰਪਾ ਕਰੇ ਉਹਨਾਂ ਨੂੰ ਆਗੂ ਬਣਾ ਦਿੰਦਾ ਜੇ। ਜਿਹੜੇ ਜੀਵ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਰਹਿ ਗਏ ਹੋਣ, ਗੁਰੂ ਦੀ ਕਿਰਪਾ ਦੇ ਨਾਲ ਗੁਰੂ ਉਹਨਾਂ ਨੂੰ ਆਗੂ ਬਣਾ ਦਿੰਦਾ ਜੇ। ਕਹਿੰਦੇ ਜਿਹੜੇ ਜੀਵ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਏ ਹੋਣ, ਗੁਰੂ ਉਹਨਾਂ ਦੀ ਨਿਰਾਸ਼ਾ ਨੂੰ ਖਤਮ ਕਰ ਦਿੰਦਾ ਹੈ। ਪਾਸ਼ੰ ਕ੍ਰੋਧ ਅਗਰਣੀ ਵਹਿ, ਨਿਰਾਸੰ ਆਸਾ ਪੂਰਨ। ਨਿਰਾਸ਼ਿਆਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ ਪੂਰਾ ਗੁਰੂ। ਪਾਸ਼ੰ ਕ੍ਰੋਧ ਅਗਰਣੀ ਵਹਿ, ਪਛੜਿਆਂ ਨੂੰ ਆਗੂ ਬਣਾਉਣ ਵਾਲਾ, ਨਿਰਾਸ਼ਿਆਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ। ਪਾਸ਼ੰ ਕ੍ਰੋਧ ਅਗਰਣੀ ਵਹਿ, ਨਿਰਾਸੰ ਆਸਾ ਪੂਰਨ। ਫਿਰ ਮਹਾਰਾਜ ਜੀ ਕਹਿੰਦੇ ਨਿਰਧਨੰ ਭਯੰ ਧਨਵੰਤੈ, ਰੋਗੀਅੰ ਰੋਗ ਖੰਡਣ। ਹੁਣ ਜਿਹੜੇ ਜੀਵ ਕੰਗਾਲ ਹੋ ਗਏ, ਹੁਣ ਜਿਨ੍ਹਾਂ ਕੋਲ ਮਾਇਆ ਨਾ ਹੋਵੇ, ਕਹਿੰਦੇ ਉਹਨਾਂ ਨਿਰਧਨਾਂ ਨੂੰ ਵੀ ਧਨ ਦੇਣ ਵਾਲਾ ਹੈ। ਨਿਰਧਨੰ ਭਯੰ ਧਨਵੰਤੈ, ਰੋਗੀਅੰ ਰੋਗ ਖੰਡਣ। ਭਗਤਿਅੰ ਭਗਤ ਦਾਨੰ, ਰਾਮ ਨਾਮ ਗੁਰ ਕੀਰਤਨ। ਜਿਹੜੇ ਭਗਤੀ ਦਾ ਚਾਅ ਰੱਖਦੇ ਨੇ ਨਾ, ਮਹਾਰਾਜ ਉਹਨਾਂ ਨੂੰ ਭਗਤੀ ਦਾ ਚਾਅ ਬਖਸ਼ ਦਿੰਦਾ ਹੈ, ਭਗਤੀ ਬਖਸ਼ ਦਿੰਦਾ ਹੈ। ਕੀਰਤਨ ਕਰਨ ਵਾਲਿਆਂ ਨੂੰ ਕੀਰਤਨ ਦੀ ਜੁਗਤੀ ਬਖਸ਼ ਦਿੰਦਾ ਹੈ ਦਾਤਾਰ ਪਿਤਾ। ਭਗਤਿਅੰ ਭਗਤ ਦਾਨੰ, ਰਾਮ ਨਾਮ ਗੁਰ ਕੀਰਤਨ। ਫਿਰ ਸਤਿਗੁਰ ਕਹਿੰਦੇ ਪਾਰ ਬ੍ਰਹਮ
ਪ੍ਰਭ ਪੁਰਖ ਦਤਾਰੈ, ਨਾਨਕ ਗੁਰ ਸੇਵਾ ਕਿਨ ਨਾ ਲੱਭਿਅਤੇ। ਕਹਿੰਦੇ ਦੱਸੋ ਭਾਈ, ਕਿਹੜੀ ਦੁਨੀਆ ਦੀ ਐਸੀ ਚੀਜ਼ ਹੈ ਜਿਹੜੀ ਇਸ ਦਾਤੇ ਦੇ ਕੋਲੋਂ ਨਾ ਮਿਲੇ। ਛਿਨਮੈ ਰਾਉ ਰੰਗ ਕੋ ਕਰਈ, ਰਾਉ ਰੰਗ ਕਰ ਢਾਰੇ, ਰੀਤੇ ਭਰੇ ਭਰੇ ਸਿਕਨਾਰੇ, ਯਹ ਤਾਕੋ ਵਿਵਹਾਰੇ। ਮਹਾਰਾਜ ਜੀ ਇਤਨੀ ਵੱਡੀ ਕਿਰਪਾ ਕਰਦੇ ਨੇ। ਤ੍ਰਿਣੰਗਤਾ ਮੇਰੰ ਸੈਕੰਗਤਾ ਹਰੀਅੰ, ਇੱਕ ਤੀਲੇ ਤੋਂ ਸੁਮੇਰ ਪਰਬਤ ਬਣਾ ਦਿੰਦੇ ਜੇ ਇਹਨਾਂ ਦੀ ਕਿਰਪਾ ਹੋਵੇ। ਤ੍ਰਿਣੰਗਤਾ ਮੇਰੰ ਸੈਕੰਗਤਾ ਹਰੀਅੰ, ਗੁਰੂ ਸੁੱਕਿਆਂ ਨੂੰ ਹਰਿਆ ਕਰਨ ਵਾਲਾ ਹੈ। ਇਸ ਗੁਰੂ ਦੇ ਚਰਨਾਂ ਦਾ ਧਿਆਨ ਧਰੀਏ। ਬੂੜੰਗਤਾ ਤਰੀਅੰ ਊਣੰਗਤਾ ਭਰੀਅੰ, ਡੁੱਬਦਿਆਂ ਨੂੰ ਤਾਰਨ ਵਾਲਾ ਗੁਰੂ, ਊਣਿਆਂ ਨੂੰ ਸਖਣਿਆਂ ਨੂੰ ਭਰਨ ਵਾਲਾ ਗੁਰੂ। ਐਸੇ ਗੁਰੂ ਪੂਰੇ ਦੇ ਚਰਨਾਂ ਦੇ ਨਾਲ ਲੱਗੀਏ, ਸਾਡੀਆਂ ਝੋਲੀਆਂ ਭਰਨਗੀਆਂ। ਨਾਮ ਦੀ ਦਾਤ ਗੁਰੂ ਪਾਸੋਂ ਪ੍ਰਾਪਤ ਹੋਵੇਗੀ। ਸਤਿਗੁਰੂ ਕਿਰਪਾ ਕਰਨ, ਗੁਰਮੁਖ ਪਰਿਵਾਰ ਉੱਪਰ ਸਤਿਗੁਰੂ ਜੀ ਕਿਰਪਾ ਕਰਨ। ਪਹਿਲੀ ਵਾਰ ਗੁਰਮੁਖਾਂ ਨੇ ਆਪਣੇ ਗ੍ਰਹਿ ਵਿਖੇ ਸਤਿਗੁਰੂ ਜੀਆਂ ਦੇ ਚਰਨ ਪਰਸੇ ਨੇ। ਸਤਿਗੁਰੂ ਜੀ ਚੜ੍ਹਦੀ ਕਲਾ ਕਰਨ, ਸੇਵਕ ਪਰਿਵਾਰ ਦੀ ਆਪਣੇ ਚਰਨਾਂ ਦੇ ਨਾਲ ਜੋੜਨ। ਨਾਮ ਦਾਨ, ਗੁਰਸਿੱਖੀ ਜੀਵਨ ਦਾਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਗੁਰੂ ਵਾਲੇ ਬਣੋ, ਖੰਡੇ ਬਾਟੇ ਦੀ ਪਹਲ ਛਕੋ। ਵਿਸਾਖੀ ਦਾ ਦਿਹਾੜਾ ਆ ਰਿਹਾ ਹੈ। ਸਤਿਗੁਰੂ ਜੀਆਂ ਨੇ ਚਿੜੀਆਂ ਤੋਂ ਬਾਜ ਬਣਾਏ ਨੇ। ਸਾਧ ਸੰਗਤ ਜੀ, ਗਿੱਦੜਾਂ ਤੋਂ ਮਹਾਰਾਜ ਜੀਆਂ ਨੇ ਸ਼ੇਰ ਬਣਾਇਆ। ਤੇ ਜਿਹੜਾ ਪਿਤਾ ਦਾ ਪੁੱਤਰ ਪਿਤਾ ਵਰਗਾ ਨਾ ਹੋਵੇ ਤੇ ਉਹ ਬਚਨ ਕਹਿਣਾ ਨਹੀਂ ਚਾਹੀਦਾ। ਅਸੀਂ ਆਪਣੇ ਪਿਤਾ ਵਰਗੇ ਬਣੀਏ। ਜੋ ਸਾਨੂੰ ਪਿਤਾ ਨੇ ਹੁਕਮ ਕੀਤਾ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਹੁਕਮ ਕੀਤੇ ਨੇ, ਉਹਨਾਂ ਹੁਕਮਾਂ ਦੇ ਉੱਪਰ ਖਰੇ ਉਤਰੀਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੋਂ ਬਿਨਾਂ ਹੋਰ ਕਿਸੇ ਦੇ ਚਰਨਾਂ ਪਾਸ ਸੀਸ ਨਾ ਝੁਕਾਈਏ, ਓਟ ਆਸਰਾ ਨਾ ਤੱਕੀਏ। ਗੁਰੂ ਸਾਡੇ ਉੱਪਰ ਅਥਾਹ ਬਖਸ਼ਿਸ਼ਾਂ ਰਹਿਮਤਾਂ ਕਰਨਗੇ। ਦਾਸ ਦੇ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਆਪ ਰੱਬ ਵਰਗੀਆਂ ਸੰਗਤਾਂ ਬਖਸ਼ਣ ਯੋਗ ਹੋ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਬਖਸ਼ ਲੈਣ ਜੀ। ਆਗਾਹ ਵਾਸਤੇ ਸਤਿਗੁਰੂ ਜੀ ਆਪ ਵਿੱਚ ਵਰਤ ਕਰਕੇ ਆਪਣੀ ਵਡਿਆਈ ਕਰਵਾਉਂਦੇ ਰਹਿਣ। ਆਪ ਸਰਬੱਤ ਸੰਗਤਾਂ ਅਸੀਸ ਬਖਸ਼ੋ। ਅਸੀਸਾਂ ਬਖਸ਼ਦਿਆਂ ਹੋਇਆਂ ਦੋਵੇਂ ਹੱਥ ਜੋੜ ਆਓ ਬੜੇ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।